ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਫੇਸਬੁੱਕ YouTube ਦੇ ਇਸ ਲਾਈਵ ਸੈਸ਼ਨ ਦੇ ਵਿੱਚ। ਦੋਸਤੋ, ਅੱਜ ਦਾ ਜਿਹੜਾ ਲਾਈਵ ਸੈਸ਼ਨ ਹੈ ਨਾ, ਮੇਰੀ ਬੇਨਤੀ ਆ ਕਿ ਇਹਨੂੰ ਬੜੇ ਹੀ ਧਿਆਨ ਨਾਲ ਐਂਡ ਤੱਕ ਸੁਣਨਾ। ਨਾਲ ਦੀ ਨਾਲ ਤੁਸੀਂ ਸਵਾਲ ਜਦੋਂ ਤੁਹਾਡੇ ਆਉਂਦੇ ਹੁੰਦੇ ਆ, ਉਦੋਂ ਮੈਂ ਇਸ ਚੀਜ਼ ਨੂੰ ਜੱਜ ਕਰ ਪਾਉਣਾ ਸਵਾਲ ਨੂੰ ਪੜ੍ਹ ਕੇ ਕਿ ਮੈਂ ਜਿਸ ਵਿਸ਼ੇ ਦੇ ਉੱਤੇ ਬੋਲ ਰਿਹਾ ਉਹੀ ਸਵਾਲ ਬਾਰ-ਬਾਰ ਪੁੱਛਿਆ ਜਾਂਦਾ। ਇਹਦਾ ਮਤਲਬ ਆਪਾਂ ਸੁਣਦੇ ਨਹੀਂ, ਸਿਰਫ ਆਪਦਾ ਸਵਾਲ ਛੱਡ ਦਿੰਦੇ ਆ। ਸੁਣਨ ਦੀ ਸ਼ਕਤੀ ਨੂੰ ਵਧਾਉਣਾ ਪੈਣਾ ਦੋਸਤੋ, ਜੇ ਇੰਪਰੂਵਮੈਂਟ ਲਿਆਉਣੀ ਆ, ਕਿਸੇ ਵੀ ਤਰੀਕੇ ਦੀ ਇੰਪਰੂਵਮੈਂਟ ਹੈ ਨਾ, ਉਹਦੇ ਲਈ ਸਰੋਤਾ ਚੰਗਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਕਿਸੇ ਚੀਜ਼ ਨੂੰ ਸੁਣਨਾ ਬਹੁਤ ਜ਼ਿਆਦਾ ਜ਼ਰੂਰੀ ਆ, ਕਿਸੇ ਚੀਜ਼ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਇਸ ਵੀਡੀਓ ਨੂੰ ਆਖਰ ਤੱਕ ਸੁਣਨਾ ਆ। ਇਹਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਹਰ ਪੁਆਇੰਟ ਨੂੰ ਕਵਰ ਕਰੂੰਗਾ। ਦੋਸਤੋ, ਤਕਰੀਬਨ 1 ਸਾਲ ਪਹਿਲਾਂ ਅੱਜ ਤੋਂ, ਜਿਵੇਂ 2020 ਦੀ ਗੱਲ ਕਰਾਂ, 22 ਮਾਰਚ ਨੂੰ ਫਸਟ ਟਾਈਮ ਲੋਕਡਾਊਨ ਦਾ ਐਲਾਨ ਹੋਇਆ। ਗੌਰਮੈਂਟਸ ਨੇ ਹਰੇਕ ਵਰਲਡ ਦੇ ਜਿੰਨੀਆਂ ਵੀ ਕੰਟਰੀਜ਼ ਨੇ, ਉੱਥੋਂ ਦੀਆਂ ਸਾਰੀਆਂ ਜਿੰਨੀਆਂ ਸਰਕਾਰਾਂ ਨੇ, ਉਹਨਾਂ ਨੇ ਇਸ ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਬਚਾਉਣ ਲਈ, ਸਾਡੇ ਬਚਾਓ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਅਪਣਾਏ, ਜਿਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਕਰਫਿਊ ਲੋਕਡਾਊਨ ਸੀ ਕਿ ਲੋਕ ਆਪਦੇ ਘਰਾਂ ਦੇ ਵਿੱਚ ਰਹਿਣ, ਕਿਉਂਕਿ ਇਹ ਬਿਮਾਰੀ ਅੱਗੇ ਦੀ ਅੱਗੇ ਫੈਲਦੀ ਹੈ। ਇਹਨੂੰ ਅਸੀਂ ਇਸ ਤਰੀਕੇ ਨਾਲ ਰੋਕਣਾ। ਅਸੀਂ ਉਸ ਲੋਕਡਾਊਨ ਦੀਆਂ ਹਦਾਇਤਾਂ ਨੂੰ ਫੋਲੋ ਕੀਤਾ। ਉਸ ਚੀਜ਼ ਨੂੰ ਫੋਲੋ ਕਰਨ ਦੇ ਲਈ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਕੰਮਕਾਰ ਵੀ ਘਟੇ। ਜਿਹੜੇ ਸਟੂਡੈਂਟ, ਮੈਂ ਮੇਨ ਮੁੱਦੇ 'ਤੇ ਆਉਣਾ, ਵੀ ਜਿਨ੍ਹਾਂ ਨੇ ਕੈਨੇਡਾ ਦਾ, ਆਸਟ੍ਰੇਲੀਆ ਦਾ, ਇੰਗਲੈਂਡ ਦਾ ਆਪਦਾ ਕੇਸ ਸਟੂਡੈਂਟ ਵੀਜ਼ਾ ਲਈ ਅਪਲਾਈ ਕਰਨਾ ਸੀ, ਓਪਨ ਵਰਕ ਪਰਮਿਟ ਲਈ ਅਪਲਾਈ ਕਰਨਾ ਸੀ, ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰਨਾ ਸੀ, ਉਹਨਾਂ ਦੇ ਪ੍ਰੋਸੈਸ ਦੇ ਵਿੱਚ ਬੜੀ ਵੱਡੀ ਡਿਸਟਰਬੈਂਸ ਆਈ। ਜਿਹੜੇ ਮੇ ਸੈਸ਼ਨ ਵਾਲੇ ਬੱਚੇ ਸੀ ਉਹ ਅੱਗੇ ਸਪਟੰਬਰ 'ਚ ਮੂਵ ਹੋ ਗਏ। AIPs ਆਉਣੀਆਂ ਸ਼ੁਰੂ ਹੋਈਆਂ। ਕਿਸੇ ਨੇ AIP ਨੂੰ ਵੀਜ਼ਾ ਕਹਿ ਕੇ ਵੇਚਣਾ ਸ਼ੁਰੂ ਕੀਤਾ, ਕਿਸੇ ਨੇ ਕਿਹਾ ਵੀ AIP ਵੀਜ਼ਾ ਹੀ ਹੁੰਦਾ, ਇਸ ਤੋਂ ਬਾਅਦ ਰਿਫਿਊਜ਼ਲ ਆਉਣੀਆਂ ਹੀ ਨਹੀਂ, ਔਨਲਾਈਨ ਪੜ੍ਹ ਲਓ। ਕਿਸੇ ਨੇ, ਮੇਰੇ ਵਰਗੇ ਨੇ, ਕਿਹਾ ਸਪਟੰਬਰ ਸੈਸ਼ਨ ਜ਼ਰੂਰ ਮਿਸ ਕਰੋ ਤਾਂ ਜੋ ਆਪਾਂ ਹਾਈ ਕਮਿਸ਼ਨ ਦਾ ਨੇਚਰ ਆਫ ਵਰਕ ਸਮਝ ਸਕੀਏ। ਕਿਸੇ ਨੇ ਮੇਰੇ ਕੰਮ ਨੂੰ ਭੰਡਿਆ, ਕਿਸੇ ਦੇ ਕੰਮ ਨੂੰ ਮੈਂ ਭੰਡਿਆ। ਇਹ ਸਾਰੀਆਂ ਚੀਜ਼ਾਂ ਇੱਕ ਡਿਸਟਰਬੈਂਸ ਦਾ ਰੂਪ ਧਾਰਨ ਕਰ ਗਈਆਂ, ਜੋ ਡਿਸਟਰਬੈਂਸ ਹਜੇ ਤੱਕ ਰੈਗੂਲਰਲੀ ਕੰਟੀਨਿਊ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਵੀਜ਼ਾਜ਼ ਆਏ, ਬੱਚੇ ਚਲੇ ਗਏ, ਕੁਆਰੰਟੀਨ ਹੋਣ ਦਾ ਪ੍ਰੋਸੈਸ, ਰਜਿਸਟ੍ਰੇਸ਼ਨਸ ਆਨਲਾਈਨ ਹੋਣ ਦਾ ਪ੍ਰੋਸੈਸ। ਉਸ ਤੋਂ ਬਾਅਦ ਹੋਟਲ, ਜਿਹੜੇ ਗੌਰਮੈਂਟ ਨੇ ਨਵਾਂ ਰੂਲ ਕੱਢਤਾ ਕਿ ਉੱਥੇ ਜਾ ਕੇ ਤੁਸੀਂ ਸਾਡੇ ਹੋਟਲਸ ਥਰੂ ਕੁਆਰੰਟੀਨ ਹੋਣਾ ਪਹਿਲੇ 3 ਦਿਨ, ਉਹਦੀ ਰਜਿਸਟ੍ਰੇਸ਼ਨ ਦਾ, ਉੱਥੇ ਪੇਮੈਂਟਸ ਦਾ ਸਿਸਟਮ। ਫਿਰ ਉਸ ਤੋਂ ਬਾਅਦ ਦਿੱਲੀ ਏਅਰਪੋਰਟ ਤੋਂ, ਅੰਮ੍ਰਿਤਸਰ ਏਅਰਪੋਰਟ ਤੋਂ ਬੱਚਿਆਂ ਦੇ ਵਾਪਸ ਆਉਣ ਦਾ ਸਿਲਸਿਲਾ, ਫਿਰ ਦੁਬਾਰਾ ਫਲਾਈਟਸ ਬੰਦ ਹੋ ਜਾਣ ਦਾ ਸਿਲਸਿਲਾ, ਹੁਣ ਸਪਟੰਬਰ ਸੈਸ਼ਨ ਦੇ ਕੇਸ 15 ਮਈ ਤੋਂ ਪਹਿਲਾਂ ਲਾਉਣ ਦਾ ਸਿਲਸਿਲਾ। ਐਂਡ ਖਾਸ ਕਰਕੇ ਕਿਊਬਿਕ ਵਾਲੇ ਬੱਚੇ ਜਿਹੜੇ ਪਿਛਲੇ ਤਕਰੀਬਨ 1 ਸਾਲ ਤੋਂ 1.5 ਸਾਲ ਤੋਂ ਆਪਦੇ ਕੇਸ ਨੂੰ ਨਿਕਲਣ ਦੀ ਵੇਟ ਕਰਦੇ ਹੋਏ ਨੇ, ਅੱਜ ਉਹ ਡਿਸਟਰਬ ਨੇ। ਉਹਨਾਂ ਦੇ ਪੇਰੈਂਟਸ ਨੂੰ ਮਿਲਦੇ ਆ, ਉਹਨਾਂ ਦੇ ਸਵਾਲ ਦੇਖਦੇ ਆ। ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟਸ ਜਿਨ੍ਹਾਂ ਨੂੰ ਸਾਲ 1.5 ਸਾਲ ਹੋ ਗਿਆ। ਦੋਸਤੋ, ਅਸਲ ਦੇ ਵਿੱਚ ਨਾ, ਮੈਂ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਹਰ ਬੰਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਡਿਸਟਰਬ ਆ। ਤੁਸੀਂ ਇਸ ਲਈ ਡਿਸਟਰਬ ਹੋ ਕਿ ਤੁਹਾਡੇ ਕੇਸ ਦਾ ਰਿਜ਼ਲਟ ਨਹੀਂ ਆ ਰਿਹਾ। ਮੈਂ ਇਸ ਲਈ ਡਿਸਟਰਬ ਆ ਕਿ ਤੁਹਾਡੇ ਕੇਸ ਦਾ ਰਿਜ਼ਲਟ ਨਹੀਂ ਆ ਰਿਹਾ, ਮੇਰੇ ਪੈਸੇ ਫਸੇ ਹੋਏ ਨੇ। ਮੇਰੀ ਗੱਲ ਨੂੰ ਸਮਝ ਰਹੇ ਹੋ? ਇੱਕ ਰੇਹੜੀ ਵਾਲਾ ਇਸ ਲਈ ਡਿਸਟਰਬ ਆ ਕਿ ਜਦੋਂ ਉਹਦਾ ਸਮਾਨ ਵਿਕਣਾ ਹੁੰਦਾ ਉਦੋਂ ਨੂੰ ਲੋਕਡਾਊਨ ਲੱਗ ਜਾਂਦਾ, ਉਦੋਂ ਨੂੰ ਕਰਫਿਊ ਲੱਗ ਜਾਂਦਾ। ਇੱਕ ਦੁਕਾਨਦਾਰ ਇਸ ਲਈ ਡਿਸਟਰਬ ਆ ਕਿ ਨਾਨ ਅਸੈਂਸ਼ੀਅਲ ਕਹਿ ਕੇ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। ਮੈਂ ਇਸ ਲਈ ਡਿਸਟਰਬ ਆ, ਮੈਨੂੰ ਵਰਕ ਫਰੋਮ ਹੋਮ ਕਹਿ ਦਿੱਤਾ ਗਿਆ। ਤੁਸੀਂ ਇਸ ਲਈ ਡਿਸਟਰਬ ਹੋ, ਵੀਜ਼ਾ ਲੱਗਿਆ ਹੋਇਆ, ਫਲਾਈਟਸ ਬੰਦ ਨੇ। ਕਿਊਬਿਕ ਵਾਲੇ ਬੱਚੇ ਇਸ ਲਈ ਡਿਸਟਰਬ ਆ, ਕਹਿੰਦੇ ਸਾਲ ਹੋ ਗਿਆ ਕੇਸ ਨਹੀਂ ਨਿਕਲ ਰਹੇ। ਬਟ ਇਸ ਡਿਸਟਰਬੈਂਸ ਨੂੰ ਦੋਸਤੋ ਹੁਣ ਅਸੀਂ 2 ਤਰੀਕਿਆਂ ਨਾਲ ਸਹਿ ਸਕਦੇ ਹਾਂ। ਇੱਕ ਤਰੀਕਾ ਤਾਂ ਇਹ ਆ ਵੀ ਅਸੀਂ ਰੋਂਦੇ ਰਹੀਏ, ਚੀਕਾਂ ਮਾਰਦੇ ਰਹੀਏ, ਪੈਨਿਕ ਹੁੰਦੇ ਰਹੀਏ, ਐਨਜ਼ਾਈਟੀ ਫੀਲ ਕਰਦੇ ਰਹੀਏ। ਇੱਕ ਤਰੀਕਾ ਇਹ ਹੈ ਕਿ ਇਹਨੂੰ ਅਸੀਂ ਪ੍ਰੋਸੈਸ ਦਾ ਪਾਰਟ ਸਮਝੀਏ ਕਿ ਇੱਕ ਵਰਲਡ ਵਾਈਡ ਜਿਹੜੀ ਡਿਸਟਰਬੈਂਸ ਆਈ ਸੀ, ਉਹਨੇ ਹਰ ਪੱਖ ਜ਼ਿੰਦਗੀ ਦਾ ਡਿਸਟਰਬ ਕੀਤਾ, ਚਾਹੇ ਉਹ ਫਾਈਨੈਂਸ਼ੀਅਲ ਆ, ਚਾਹੇ ਉਹ ਸੋਸ਼ਲ ਆ, ਚਾਹੇ ਉਹ ਇਮੋਸ਼ਨਲ ਆ। ਹਰ ਪੱਖ ਤੋਂ ਸਾਨੂੰ ਡਿਸਟਰਬ ਕੀਤਾ। ਉਸ ਡਿਸਟਰਬੈਂਸ ਨੂੰ ਅਸੀਂ ਜਿੰਨਾ ਲੌਂਗ ਟਰਮ ਖਿੱਚਦੇ ਰਵਾਂਗੇ, ਜਿੰਨਾ ਅਸੀਂ ਉਹਨੂੰ ਆਪਦੇ ਤੇ ਹਾਵੀ ਹੋਣ ਦੇਵਾਂਗੇ, ਓਨਾ ਹੀ ਉਹ ਸਾਡੇ ਲਈ ਨਸੂਰ ਬਣਦਾ ਜਾਊਗਾ। ਦੋਸਤੋ, ਮੈਂ ਇਹ ਵੀਡੀਓ ਅੱਜ ਪਹਿਲੇ ਨੰਬਰ ਤੇ ਸ਼ੁਰੂ ਕਰਨ ਲੱਗਿਆ ਕਿਊਬਿਕ ਵਾਲੇ ਬੱਚਿਆਂ ਨੂੰ ਲੈ ਕੇ। ਦੋਸਤੋ, ਅਸੀਂ ਕਿਊਬਿਕ ਦੇ ਕਾਲਜ ਪਾਏ। ਵੈਸੇ ਮੈਂ ਉਹਨਾਂ ਕੰਸਲਟੈਂਟਸ ਵਿੱਚੋਂ ਨਹੀਂ ਗਾ, ਮੇਰੀ ਆਦਤ ਨਹੀਂ ਹੈ। ਮੈਂ ਕਿਸੇ ਕਾਲਜ ਨੂੰ ਨਹੀਂ ਪ੍ਰਮੋਟ ਕਰਦਾ, ਮੈਂ ਕਿਸੇ ਕੋਰਸ ਨੂੰ ਨਹੀਂ ਪ੍ਰਮੋਟ ਕਰਦਾ, ਮੈਂ ਕਿਸੇ ਲੋ ਫੀਸ ਨੂੰ ਨਹੀਂ ਪ੍ਰਮੋਟ ਕਰਦਾ।
ਮੈਂ ਕਿਸੇ ਪੈਕੇਜ ਨੂੰ ਨਹੀਂ ਪ੍ਰਮੋਟ ਕਰਦਾ, ਪਰ ਚਲੋ ਮੰਨ ਲਓ ਫਿਰ ਵੀ ਮੈਂ ਵੀ ਸਟੂਡੈਂਟ ਪਾਏ ਕਿਊਬਿਕ ਦੇ ਵਿੱਚ, ਪਰ ਬਹੁਤੇ ਲੋਕਾਂ ਨੇ ਤਾਂ ਕਿਊਬਿਕ ਨੂੰ ਹੋਕਾ ਦੇ ਕੇ ਵੇਚਿਆ। ਕਾਲਜ ਭਰੇ ਗਏ, ਕੈਨੇਡਾ ਕਾਲਜ ਹੋ ਗਿਆ, ਐਮ ਕਾਲਜ ਹੋ ਗਿਆ, CDI ਕਾਲਜ ਹੋ ਗਿਆ, ਕਈ ਹੋਰ ਕਾਲਜ ਹੋ ਗਏ, ਵੱਡੇ ਪੱਧਰ 'ਤੇ ਸਾਡਾ ਸਟੂਡੈਂਟ ਉਹਦੇ ਵਿੱਚ ਪਾ ਦਿੱਤਾ ਗਿਆ। ਦਸੰਬਰ ਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਹੈ ਕਿ ਆਡਿਟ ਕਿਊਬਿਕ ਗੌਰਮੈਂਟ ਵੱਲੋਂ ਕਾਲਜਸ ਦੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਫॉर ਦਾ ਟਾਈਮ ਬੀਇੰਗ CAQs ਨੂੰ ਰੋਕ ਦਿੱਤਾ ਜਾਂਦਾ, ਹਾਈ ਕਮਿਸ਼ਨ ਵੱਲੋਂ ਉਹਨਾਂ ਦਾ ਪ੍ਰੋਸੈਸ ਰੋਕ ਦਿੱਤਾ ਜਾਂਦਾ। ਪਿਛਲੇ 1 ਸਾਲ ਦੀ ਜੇ ਮੈਂ ਗੱਲ ਕਰਾਂ ਦੋਸਤੋ, ਦਸੰਬਰ ਤੱਕ ਦੀ, ਤਾਂ ਤੁਸੀਂ ਚਾਹੇ ਕਿਊਬਿਕ ਦੇ ਸਟੂਡੈਂਟ ਹੋ, ਤੁਸੀਂ ਚਾਹੇ ਬ੍ਰਿਟਿਸ਼ ਕੋਲੰਬੀਆ ਦੇ ਸਟੂਡੈਂਟ ਹੋ, ਤੁਸੀਂ ਚਾਹੇ ਮੈਨੀਟੋਬਾ ਦੇ ਸਟੂਡੈਂਟ ਹੋ, ਤੁਸੀਂ ਚਾਹੇ ਨੋਵਾ ਸਕੋਸ਼ੀਆ ਦੇ ਸਟੂਡੈਂਟ ਹੋ, ਤੁਸੀਂ ਚਾਹੇ ਅੰਟਾਰੀਓ ਦੇ ਸਟੂਡੈਂਟ ਹੋ, ਤੁਹਾਡੇ ਰਿਜ਼ਲਟ ਨਾ ਮਾਤਰ ਸੀ। ਜਨਵਰੀ ਦੇ ਵਿੱਚ ਰਿਜ਼ਲਟ ਆਉਣੇ ਸ਼ੁਰੂ ਹੋਏ, ਹੋਰ ਸਾਰੇ ਪ੍ਰੋਵਿੰਸਸ ਨਾਲ ਸੰਬੰਧਿਤ ਰਿਜ਼ਲਟਸ ਧੜਾ ਆਏ, ਅੱਜ ਵੀ ਆ ਰਹੇ ਨੇ PPRs, ਅੱਜ ਵੀ ਰੈਗੂਲਰ PPRs ਆ ਰਹੀਆਂ ਨੇ, ਪਰ ਕਿਊਬਿਕ ਨੂੰ ਹਲੇ ਤੱਕ ਛੇੜਿਆ ਨਹੀਂ ਗਿਆ। ਕੀ ਕਿਊਬਿਕ ਨੂੰ ਛੇੜਿਆ ਨਹੀਂ ਜਾਊਗਾ? ਇਹ ਅੱਜ ਵੱਡਾ ਸਵਾਲ ਆ ਦੋਸਤੋ। ਜਿੰਨਾ ਚਿਰ ਸਾਨੂੰ ਹਾਈ ਕਮਿਸ਼ਨ ਲਿਖਤੀ ਰੂਪ ਦੇ ਵਿੱਚ, ਆਫਿਸ ਬੰਦ ਨੇ, ਆਫਿਸ ਕਲੋਜ਼ ਨੇ, ਕਦੋਂ ਫਾਈਲ ਲਾਓ ਕਦੋਂ ਨਾ ਲਾਓ, ਹਰ ਚੀਜ਼ ਦੀ ਅਪਡੇਸ਼ਨ ਟਵਿੱਟਰ ਰਾਹੀਂ ਜਾਂ CIC ਦੀ ਸਾਈਟ ਰਾਹੀਂ ਸਾਨੂੰ ਭੇਜੀ ਜਾਂਦੀ ਆ। ਜਿੰਨਾ ਚਿਰ ਸਾਨੂੰ ਗਵਰਨਮੈਂਟ ਖੁਦ ਮੂੰਹੋਂ ਬੋਲ ਕੇ ਨਹੀਂ ਕਹਿੰਦੀ ਅਸੀਂ ਕਿਊਬਿਕ ਦੇ ਰਿਜ਼ਲਟ ਨਹੀਂ ਦੇਵਾਂਗੇ, ਸਾਨੂੰ ਕੋਈ ਕਿਊਬਿਕ ਦੇ ਆਪਦੇ ਕੇਸਿਸ ਜਿਹੜੇ ਸਾਡੇ ਅਪਲਾਈ ਹੋਏ ਨੇ ਉਹਨਾਂ ਪ੍ਰਤੀ ਕੋਈ ਐਕਸ਼ਨ ਲੈਣਾ ਚਾਹੀਦਾ? ਮੈਨੂੰ ਨਹੀਂ ਲੱਗਦਾ ਦੋਸਤੋ ਕਿ ਸਾਨੂੰ ਕੋਈ ਲੈਣਾ ਚਾਹੀਦਾ। ਕਿਉਂ ਦੋਸਤੋ? ਕਿਸੇ ਸਟੂਡੈਂਟ ਦਾ ਕੇਸ ਦੀ ਜਿਹੜੀ ਵੀਜ਼ਾ ਦੀ ਸਭ ਤੋਂ ਵੀਜ਼ਾ ਪ੍ਰੋਬੇਬਿਲਿਟੀਜ਼ ਨੂੰ ਵਧਾਉਣ ਲਈ ਜਿਹੜੀ ਸਭ ਤੋਂ ਸਟਰੈਂਥ ਵਾਲੀ ਚੀਜ਼ ਹੁੰਦੀ ਆ, ਉਹ ਇੰਟੈਂਸ਼ਨਸ ਹੁੰਦੀਆਂ ਤੁਹਾਡੀਆਂ ਕਿ ਤੁਸੀਂ ਪੜ੍ਹਨ ਜਾਣਾ, ਇੰਟਰਨੈਸ਼ਨਲ ਐਕਸਪੋਜ਼ਰ ਐਂਡ ਪੜ੍ਹਾਈ ਫਸਟ ਫੋਕਸ ਆ। ਪੜ੍ਹ ਕੇ ਅਸੀਂ ਵਾਪਸ ਆਉਣਾ। ਅਸੀਂ 2-2 ਪੇਜਾਂ ਦੀਆਂ SOPs ਬਣਾ ਕੇ ਕਾਲਜਸ, ਕੋਰਸ, ਪ੍ਰੋਵਿੰਸ ਬਾਰੇ ਲਿਖ ਕੇ ਅਸੀਂ ਹਾਈ ਕਮਿਸ਼ਨਰ ਦੇ ਮੂਹਰੇ ਭੇਜਿਆ, ਅਸੀਂ ਕੌਂਸੂਲੇਟ ਦੇ ਮੂਹਰੇ ਭੇਜਤਾ। ਉਹ ਸਾਡਾ ਵੀਜ਼ਾ ਆਫਿਸਰ ਅੱਜ ਕੇਸ ਨੂੰ ਜੱਜ ਕਰੂਗਾ, ਪੜ੍ਹੂਗਾ, ਉਹ ਸਾਡੀਆਂ SOPs ਪੜ੍ਹੂਗਾ, ਪਰ ਜਦੋਂ ਉਹ ਇੱਕ ਗਵਰਨਮੈਂਟ ਦੀ ਇੱਕ ਟੈਕਨੀਕਲ ਡਿਸਟਰਬੈਂਸ ਨੂੰ ਦੇਖਦੇ ਹੋਏ ਅਸੀਂ ਰੁਖ ਹੋਰ ਪਾਸੇ ਨੂੰ ਇਖਤਿਆਰ ਕਰਾਂਗੇ, ਤਾਂ ਕੀ ਸਾਡੀ ਜਿਹੜੀ ਇਹ ਰਣਨੀਤੀ ਆ, ਜਿਹੜੀ ਸਾਡੀ ਇਹ ਸੋਚ ਆ, ਜਾਂ ਜਿਹੜਾ ਸਾਡਾ ਇਹ ਇੱਕ ਮਾਪਦੰਡ ਆ, ਇਹ ਦੋਹਰਾ ਮਾਪਦੰਡ ਨਹੀਂ ਹੋ ਜਾਊਗਾ ਕਿ ਅਸੀਂ ਪਹਿਲਾਂ ਪੜ੍ਹਾਈ ਦੇ ਪੁਲ ਬੰਨੇ ਵੀ ਅਸੀਂ ਕਿਊਬਿਕ ਪੜ੍ਹਨਾ, ਆਹ ਕੋਰਸ ਪੜ੍ਹਨਾ, ਆਹ ਕਾਲਜ ਪੜ੍ਹਨਾ, ਟੈਕਨੀਕਲੀ ਥੋੜ੍ਹੀ ਜਿਹੀਆਂ ਚੀਜ਼ਾਂ ਡਿਲੇ ਹੋਈਆਂ ਤਾਂ ਅਸੀਂ ਆਪਦਾ ਸਾਰਾ ਕੁਛ ਹੀ ਬਦਲਤਾ। ਅੱਜ ਅਸੀਂ ਪ੍ਰੋਵਿੰਸ ਵੀ ਹੋ ਰਹਾ, ਅੱਜ ਸਾਡਾ ਕਾਲਜ ਵੀ ਹੋ ਰਹਾ, ਅੱਜ ਸਾਡਾ ਕੋਰਸ ਵੀ ਹੋ ਰਹਾ। ਦੋਸਤੋ ਇੱਕ ਨਾ ਬੜੀ ਵੱਡੀ ਪ੍ਰੋਬਲਮ ਆ ਪੰਜਾਬ ਦੀ, ਜਦੋਂ ਵੀ ਕਿਸੇ ਡਿਸਟਰਬੈਂਸ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਤੇ ਸਾਨੂੰ ਪਤਾ ਲੱਗਦਾ ਕਿ ਮਾਹੌਲ ਪੈਨਿਕ ਆ, ਮਾਂ ਪਿਓ ਪੈਨਿਕ ਨੇ, ਬੱਚੇ ਪੈਨਿਕ ਨੇ, ਤਾਂ ਸਾਡੇ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਨਾ ਉਦੋਂ ਇਹ ਮੌਕਾ ਮਿਲ ਜਾਂਦਾ ਕਿ ਹੁਣ ਇਹਨੂੰ ਨੂੰ ਲੁੱਟਣ ਦਾ ਟਾਈਮ ਆ ਗਿਆ। ਹੁਣ ਇੱਕ ਇਹੋ ਜਿਹੀਆਂ ਚੀਜ਼ਾਂ ਦੀ ਫੁੱਟਬਾਲ ਬਣਾ ਕੇ ਇਹਨਾਂ ਵਿੱਚ ਸਿੱਟੋ। ਪੈਨਿਕ ਤਾਂ ਹੈਗੇ ਹੀ ਨੇ, ਲੋਕ ਸੁਣਨਾ ਚਾਹੁੰਦੇ ਨੇ ਇਹ ਜਿਹੀਆਂ ਸਾਰੀਆਂ ਗੱਲਾਂ, ਤਾਂ ਇਹਨਾਂ ਨੂੰ ਸੁਣਾਓ। ਹੁਣ ਕਹਿੰਦੇ ਨੇ ਕਾਲਜ ਚੇਂਜ ਕਰ ਲਓ, ਅਸੀਂ ਚੇਂਜ ਕਰਾ ਦਾਂਗੇ ਤੁਹਾਡਾ, ਵੱਡੀਆਂ ਵੱਡੀਆਂ ਐਡਾਂ ਆ ਰਹੀਆਂ ਨੇ, ਅਸੀਂ ਸਭ ਕੁਝ ਕਰਕੇ ਤੁਹਾਡਾ ਕਾਲਜ ਚੇਂਜ ਕਰਾ ਦਾਂਗੇ, ਅਸੀਂ ਤੁਹਾਡੀਆਂ ਫੀਸਾਂ ਵੀ ਉਹੀ ਐਡਜਸਟ ਕਰਾ ਦਾਂਗੇ। ਉਹ ਜਿਹੀਆਂ ਆਪਸ਼ਨਸ ਹਰ ਇਮੀਗ੍ਰੇਸ਼ਨ ਕੰਸਲਟੈਂਟ ਕੋਲੇ ਨੇ, ਮੇਰੇ ਕੋਲੇ ਵੀ ਨੇ, ਪਰ ਕੀ ਐਜ਼ ਅ ਹਿਊਮਨ, ਐਜ਼ ਅ ਤੁਹਾਡਾ ਕਰੀਅਰ ਕਾਉਂਸਲਰ, ਐਜ਼ ਅ ਇੱਕ ਰਿਸਪੌਂਸਿਬਲ ਕਰੀਅਰ ਕਾਉਂਸਲਰ, ਮੈਨੂੰ ਇਹ ਚੀਜ਼ ਸ਼ੋਭਾ ਦਿੰਦੀ ਹੈ ਕਿ ਮੈਂ ਅੱਜ ਤੁਹਾਨੂੰ ਤੁਹਾਡੇ ਪੈਨਿਕ ਦੇ ਮਾਹੌਲ ਦੇ ਵਿੱਚ ਤੁਹਾਡੀ ਇਹਨਾਂ ਚੀਜ਼ਾਂ ਦਾ ਫਾਇਦਾ ਉਠਾ ਕੇ ਤੁਹਾਨੂੰ ਇਸ ਲਈ ਮਿਸਲੀਡ ਕਰਾਂ। ਮੈਂ ਇਸ ਚੀਜ਼ ਨੂੰ ਮਿਸਲੀਡਿੰਗ ਮੰਨਦਾ ਦੋਸਤੋ। ਅੱਜ ਮੈਂ ਆਪਦੇ ਹਰ ਸਟੂਡੈਂਟ ਨੂੰ, ਜਿਹੜਾ ਮੇਰਾ ਸਟੂਡੈਂਟ ਆ ਜਾਂ ਕੋਈ ਵੀ ਬਾਹਰਲਾ ਸਟੂਡੈਂਟ ਮੇਰੇ ਤੋਂ ਇਹ ਪੁੱਛਦਾ, ਤਾਂ ਮੈਂ ਪਹਿਲੀ ਗੱਲ ਉਹਨਾਂ ਨੂੰ ਇਹੀ ਕਹਿਣਾ, ਦੋਸਤੋ ਜਿੱਥੇ ਬੈਠੇ ਹੋ ਨਾ, ਅੱਜ ਉੱਥੇ ਬੈਠੇ ਰਹੋ। ਅੱਜ ਕਿਊਬਿਕ ਦਾ ਕਾਲਜ ਦੀ ਪ੍ਰੋਬਲਮ ਆਈ ਹੈ, ਤੁਹਾਨੂੰ ਚੇਂਜ ਕਰਨ ਲਈ ਕਹਿ ਰਹੇ ਨੇ। ਫਲਾਈਟਸ ਬੰਦ ਹੋ ਗਈਆਂ, ਹੁਣ ਉਹ ਵੀ ਚੇਂਜ ਕਰਨ ਲਈ ਕਹਿ ਦਿਓ ਸਮੁੰਦਰ 'ਚ ਦੀ ਤੈਰ ਕੇ ਜਾਓ, ਜਹਾਜ਼ ਲਓ ਹੀ ਨਾ, ਕਰ ਸਕਦੇ ਹਾਂ ਅਸੀਂ। VACs ਬੰਦ ਹੋ ਗਏ, ਵੀਜ਼ਾ ਐਪਲੀਕੇਸ਼ਨ ਸੈਂਟਰਸ। ਕੱਲ ਪਰਸੋਂ ਦੀ ਨਿਊਜ਼ ਆ ਵੀ ਕੈਨੇਡੀਅਨ ਗਵਰਨਮੈਂਟ ਕਹਿੰਦੀ ਨਵੇਂ ਬਾਇਓਮੈਟ੍ਰਿਕਸ ਨਹੀਂ ਹੋਣਗੇ, ਦਿੱਲੀ ਦੇ ਵਿੱਚ ਲਾਕਡਾਊਨ ਆ, ਐਂਡ ਅਸੀਂ VACs ਫॉर ਦਾ ਟੈਂਪਰੇਰੀ ਅਸੀਂ ਕਲੋਜ਼ ਕਰ ਰਹੇ ਹਾਂ। ਟੈਂਪਰੇਰੀ ਕਲੋਜ਼ ਕਰ ਰਹੇ ਹਾਂ, ਇਹਦਾ ਮਤਲਬ ਇਹ ਥੋੜ੍ਹੀ ਆ ਵੀ ਕੁਛ ਸਾਡੇ ਉੱਤੇ ਡਿੱਗ ਪਿਆ ਜਾਂ ਹੁਣ ਉਹ ਖੁੱਲ੍ਹਣੇ ਹੀ ਨਹੀਂ ਜਾਂ ਉਹ ਬੰਦ ਕਰਕੇ ਜਿੰਦੇ ਮਾਰ ਕੇ ਵੇਚ ਕੇ ਚਲੇ ਗਏ ਨੇ ਕਿਤੇ। ਸਿਚੁਏਸ਼ਨਸ ਨੂੰ ਸਮਝੋ ਦੋਸਤੋ। ਜਿੰਨਾ ਸਿਚੁਏਸ਼ਨ ਨੂੰ ਲੌਜੀਕਲੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋਗੇ ਨਾ, ਉਨੇ ਹੀ ਹਾਲਾਤ ਐਕਸਟਰਨਲ ਜੋ ਚੀਜ਼ਾਂ ਬਦਲਾਵ ਆਉਂਦਾ ਉਹਦਾ ਆਉਂਦਾ ਹੀ ਆਉਂਦਾ, ਪਰ ਸਭ ਤੋਂ ਵੱਡਾ ਬਦਲਾਵ ਇੰਟਰਨਲ ਆਉਂਦਾ। ਇਸ ਚੀਜ਼ ਦੇ ਉੱਤੇ, ਆਪਦੇ ਇੰਟਰਨਲ ਸਿਸਟਮ ਦੇ ਉੱਤੇ ਵਰਕਆਊਟ ਕਰੋ ਥੋੜ੍ਹਾ ਜਿਹਾ। ਇਹ ਜੇ ਚੀਜ਼ਾਂ ਭੱਜ ਕੇ ਫੜ ਜਾਣ ਵਾਲੀਆਂ ਹੁੰਦੀਆਂ ਨਾ, ਤਾਂ ਸਾਰੀ ਦੁਨੀਆ ਭੱਜੀ ਫਿਰਦੀ।
ਇਹ ਚੀਜ਼ਾਂ ਪ੍ਰੋਸੈਸ ਥਰੂ ਲੰਘ ਕੇ ਹੀ ਕੰਪਲੀਟ ਹੋਣੀਆਂ ਨੇ, ਚਾਹੇ ਉਹਨਾਂ ਨੂੰ ਸਾਲ ਲੱਗੇ, ਚਾਹੇ ਉਹਨਾਂ ਨੂੰ 1.5 ਸਾਲ ਲੱਗੇ। ਸਟੂਡੈਂਟ ਸਵਾਲ ਕਰਦੇ ਨੇ, ਓਪਨ ਵਰਕਮੈਂਟ ਵਾਲੇ ਮੈਨੂੰ ਕੈਂਡੀਡੇਟ ਸਵਾਲ ਕਰਦੇ ਨੇ, ਮੇਰੀ ਬੜੇ ਵੱਡੇ ਤਾਦਾਦ ਤੇ ਫਾਈਲ ਹਾਈ ਕਮਿਸ਼ਨ ਦੇ ਵਿੱਚ ਪਈ ਆ, ਸਰ ਕੀ ਬਣੂਗਾ? ਮੈਂ ਉਹਨਾਂ ਨੂੰ ਕਹਿੰਦਾ ਮੈਨੂੰ ਵੀ ਨਹੀਂ ਪਤਾ ਕੀ ਬਣੂਗਾ, ਪਰ ਜੋ ਵੀ ਬਣੂਗਾ ਬਹੁਤ ਚੰਗਾ ਬਣੂਗਾ। ਜਿੰਨੀ ਲੋੜ ਸਾਨੂੰ ਕੈਨੇਡਾ ਦੀ ਆ, ਉਨੀ ਲੋੜ ਕੈਨੇਡਾ ਨੂੰ ਸਾਂਦੀ ਵੀ ਆ। ਮੈਂ ਹਮੇਸ਼ਾ ਇਹ ਬਿਆਨ ਕਰਦਾ ਹੁੰਦਾ ਕਿ ਸਭ ਤੋਂ ਪਹਿਲਾਂ ਜਦੋਂ ਲੋਕਡਾਊਨ ਲਾਸਟ ਈਅਰ ਖੁੱਲ੍ਹਿਆ ਸੀ, ਹਾਈ ਕਮਿਸ਼ਨ ਨੇ ਕੰਮ ਕਰਨਾ ਸ਼ੁਰੂ ਕੀਤਾ ਸੀ, VACs ਨੇ ਕੰਮ ਕਰਨੇ ਸ਼ੁਰੂ ਕੀਤੇ ਸੀ, ਬਾਇਓਮੈਟ੍ਰਿਕ ਸ਼ੁਰੂ ਕੀਤੇ ਸੀ, ਸਭ ਤੋਂ ਪਹਿਲਾਂ ਸਟੂਡੈਂਟਸ ਨੂੰ ਕਿਹਾ ਆਓ ਬਾਇਓਮੈਟ੍ਰਿਕਸ ਕਰਾਓ, ਆਪਦੇ ਰਿਜ਼ਲਟਸ ਲਓ। ਦੋਸਤੋ, ਜਿਹੜਾ ਪੈਨਿਕ ਦਾ ਮਾਹੌਲ ਹੁੰਦਾ ਨਾ, ਜਿਹੜਾ ਇਸ ਤਰੀਕੇ ਦਾ ਡਿਸਟਰਬੈਂਸ ਦਾ ਮਾਹੌਲ ਹੁੰਦਾ, ਖਾਸ ਕਰਕੇ ਜਿਹੜੀ ਡਿਸਟਰਬੈਂਸ ਸਰਵਜਨਕ ਹੋਵੇ, ਜਿਹੜੀ ਸਾਰੇ ਸੰਸਾਰ ਵਿੱਚ ਫੈਲੀ ਹੋਵੇ, ਉਹਨੂੰ ਇਕੱਲੇ ਆਪਦੇ ਤੇ ਹਾਵੀ ਕਰਕੇ ਆਪਦੀ ਸਿਹਤ ਦਾ ਨੁਕਸਾਨ ਕਰਨਾ, ਆਪਦੇ ਪੈਸਿਆਂ ਦਾ ਨੁਕਸਾਨ ਕਰਨਾ, ਆਪਦੀ ਫੈਮਿਲੀ ਦੇ ਵਿੱਚ ਇੱਕ ਪਰਟੀਕੂਲਰ ਲੈਵਲ ਦੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖ ਲੈਣੀ, ਇਹ ਕੋਈ ਬਹੁਤੀਆਂ ਚੰਗੀਆਂ ਗੱਲਾਂ ਨਹੀਂ ਹੈ। ਇਹਨਾਂ ਚੀਜ਼ਾਂ ਨੂੰ ਸਮਝ ਕੇ ਕਰਨਾ ਸ਼ੁਰੂ ਕਰੋ। ਜਦੋਂ ਤੁਸੀਂ ਥੋੜ੍ਹਾ ਜਿਹਾ ਸੁਹਿਰਦਤਾ ਨਾਲ, ਆਰਾਮ ਨਾਲ ਘਰੇ ਬੈਠ ਕੇ ਸੋਚੋਗੇ ਨਾ ਸਿਸਟਮ ਨੂੰ, ਕਿ ਜੇ ਤੁਹਾਨੂੰ ਹੁਣ ਉਹ ਕਹਿ ਰਹੇ ਨੇ ਫੀਸਾਂ ਵਾਪਸ ਲੈ ਲਓ, ਹੁਣ ਗਵਰਨਮੈਂਟ ਕਹਿ ਰਹੀ ਹੈ 15 ਮਈ ਤੋਂ ਪਹਿਲਾਂ ਫਾਈਲਾਂ ਲਾਓ, ਤੁਸੀਂ ਕਹਿ ਰਹੇ ਹੋ ਅੱਜ ਫੀਸਾਂ ਵਾਪਸ ਲੈ ਕੇ ਅਸੀਂ ਤੁਹਾਡੀਆਂ ਨਵੀਂ ਜਗ੍ਹਾ ਤੇ ਆਫਰ ਲੈਟਰ ਲੈ ਕੇ ਤੁਹਾਡੇ ਵੈਬ ਫਾਰਮ ਭਰ ਕੇ ਅਸੀਂ ਅਪਲੋਡ ਕਰ ਦਿੰਦੇ ਹਾਂ। ਜੇ ਫਿਰ ਵੀ ਫਸ ਗਏ ਕੇਸ, 1.5 ਸਾਲ ਦਾ ਜਿਹੜਾ ਸਫ਼ਰ ਤੈਅ ਕੀਤਾ ਸੀ ਉਹ ਫਿਰ ਦੁਬਾਰੇ ਜ਼ੀਰੋ ਤੋਂ ਸ਼ੁਰੂ ਕਰਨ ਨੂੰ ਫਿਰਦੇ ਹੋ ਤੁਸੀਂ। ਇਸ ਲਈ ਜਦੋਂ ਅਸੀਂ ਥੋੜ੍ਹਾ ਜਿਹਾ ਧਿਆਨ ਦੇਵਾਂਗੇ ਨਾ ਕਿਸੇ ਚੀਜ਼ ਨੂੰ ਸਮਝਣ ਦੇ ਲਈ, ਇੱਕ ਤਾਂ ਅਸੀਂ ਸਮਝ ਨਹੀਂ ਪਾ ਰਹੇ ਚੀਜ਼ ਨੂੰ, ਇੱਕ ਤਾਂ ਅਸੀਂ ਜਦੋਂ ਸਿਰਫ ਤੇ ਸਿਰਫ ਇਮੋਸ਼ਨਸ ਤੋਂ ਕੰਮ ਲੈਂਦੇ ਆ ਨਾ, ਦਿਮਾਗ ਤੋਂ ਕੰਮ ਲੈਣਾ ਬੰਦ ਕਰਦੇ ਆ, ਉਦੋਂ ਸਾਡਾ ਨੁਕਸਾਨ ਹੁੰਦਾ। ਜੇ ਵੀਜ਼ਾ ਲੱਗ ਕੇ ਹੀ ਸਾਰਾ ਕੁਝ ਹੋ ਜਾਂਦਾ ਹੁੰਦਾ ਨਾ ਦੋਸਤੋ, ਟੋਰਾਂਟੋ ਦੇ ਵਿੱਚ ਤੀਜੀ ਖੁਦਕੁਸ਼ੀ ਆ ਸਾਡੇ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਵੱਲੋਂ, ਤੁਸੀਂ ਸਾਰਿਆਂ ਨੇ ਹੀ ਖਬਰਾਂ ਪੜ੍ਹੀਆਂ ਹੋਣਗੀਆਂ। ਸਾਡੇ ਮੋਗੇ ਚੜਕ ਪਿੰਡ ਦਾ ਮੁੰਡਾ, ਗਰੀਬ ਪਰਿਵਾਰ ਦਾ ਮੁੰਡਾ ਸੀ, ਪਤਾ ਨਹੀਂ ਮਾਂ ਪਿਓ ਨੇ ਕਿੰਨੇ ਕੁ ਸੁਪਨੇ ਸੰਜੋ ਕੇ ਕੈਨੇਡਾ ਭੇਜਿਆ ਹੋਊਗਾ ਕਿ ਹੁਣ ਇਹ ਧੋਣੇ ਧੋ ਦੂਗਾ, ਸਾਡੇ ਵੀ ਇੱਕ ਸਾਡਾ ਜਵਾਨ ਪੁੱਤ ਕੈਨੇਡਾ ਪਹੁੰਚ ਗਿਆ। ਪਰ ਡਿਸਟਰਬੈਂਸ ਤਾਂ ਕਿਸੇ ਜਗ੍ਹਾ ਤੇ ਵੀ ਆਊਗੀ, ਕਿਸੇ ਤਰੀਕੇ ਨਾਲ ਵੀ ਤੁਹਾਡੇ ਤੱਕ ਪਹੁੰਚੂਗੀ। ਅੱਜ ਵੀਜ਼ਾ ਦੀ ਆ, ਕੱਲ੍ਹ ਨੂੰ ਟਿਕਟ ਦੀ ਹੋਊਗੀ, ਫਿਰ ਏਅਰਪੋਰਟ ਤੋਂ ਲੰਘਣ ਦੀ ਹੋਊਗੀ, ਫਿਰ ਕਾਲਜ ਜੁਆਇਨ ਕਰਨ ਦੀ ਹੋਊਗੀ, ਕਾਲਜ ਪਾਸ ਕਰਨ ਦੀ ਹੋਊਗੀ, ਕੰਮ ਮਿਲਣ ਦੀ ਹੋਊਗੀ, ਪੈਸੇ ਕਮਾਉਣ ਦੀ ਹੋਊਗੀ। ਜ਼ਿੰਦਗੀ ਇਸੇ ਤਰੀਕੇ ਨਾਲ ਹੀ ਚੱਲਦੀ ਆ। ਪਰ ਇਹਨੂੰ ਇਸ ਤਰੀਕੇ ਨਾਲ, ਇਸ ਮਾਹੌਲ ਨੂੰ ਆਪਦੇ ਤੇ ਹਾਵੀ ਨਾ ਹੋਣ ਦਿਓ ਕਿ ਤੁਸੀਂ ਇੱਧਰ ਉੱਧਰ ਭੱਜੇ ਫਿਰੋ। ਜਿੰਨੀ ਤੁਸੀਂ ਹੁਣ ਤੱਕ ਵੇਟ ਕੀਤੀ ਹੈ ਨਾ, ਆਰਾਮ ਨਾਲ ਕੀਤੀ ਗਈ ਵੇਟ, ਸਬਰ ਕੀਤਾ ਗਿਆ ਜਿਹੜਾ ਹੁੰਦਾ ਨਾ, ਉਹਦਾ ਫਲ ਹਮੇਸ਼ਾ ਚੰਗਾ ਮਿਲਦਾ। ਅਸੀਂ ਸ਼ੁਰੂ ਤੋਂ ਪੜ੍ਹਦੇ ਆਏ ਹਾਂ। ਨਹੀਂ, ਅਸੀਂ ਤਾਂ ਵਪਾਰੀ ਲੋਕ ਹਾਂ। ਮੈਂ ਆ ਬੈਠਾ ਤੁਹਾਡੇ ਮੂਹਰੇ, ਤੁਹਾਡੇ ਵੱਲੋਂ ਦਿੱਤੇ ਗਏ ਵੱਡੇ ਵੱਡੇ ਦਫ਼ਤਰਾਂ 'ਚ, ਏਸੀ ਦਫ਼ਤਰਾਂ 'ਚ ਬੈਠ ਕੇ ਟਾਈਆਂ ਲਾ ਕੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਪ੍ਰਮੋਟ ਕਰਦੇ ਹਾਂ ਨਵੀਆਂ ਨਵੀਆਂ ਚੀਜ਼ਾਂ, ਨਿੱਤ ਨਵੇਂ ਅਸੀਂ ਇਸ਼ੂ ਕੱਢ ਕੇ ਲਿਆਉਂਦੇ ਹਾਂ। ਕੁਝ ਏਜੰਟਸ ਤਾਂ ਇਹ ਜਿਹੇ ਨੇ ਜਿਨ੍ਹਾਂ ਨੂੰ ਚੱਜ ਦੀ ਗੱਲ ਆਉਂਦੀ ਕੋਈ ਨਹੀਂ, ਮਤਲਬ ਉਹਨਾਂ ਨੇ ਕਦੇ ਇਸ ਚੀਜ਼ ਨੂੰ ਸਮਝਣਾ ਹੀ ਨਹੀਂ ਕਿ ਸਮੇਂ ਦੀ ਨਜ਼ਾਕਤ ਵੀ ਕੋਈ ਚੀਜ਼ ਹੁੰਦੀ ਹੈ ਯਾਰ, ਸਮੇਂ ਨੂੰ ਸਮਝਣਾ ਵੀ ਕੋਈ ਚੀਜ਼ ਹੁੰਦੀ ਆ। ਹਰ ਚੀਜ਼ ਬਿਜ਼ਨਸ ਨਹੀਂ ਹੁੰਦਾ। ਬਿਜ਼ਨਸ ਵੀ ਕਰ ਰਹੇ ਹਾਂ, ਬਿਜ਼ਨਸ ਪੈਸੇ ਅਸੀਂ ਧੜਾ ਧੜ ਪੈਸੇ ਕਮਾਏ ਨੇ ਪਿਛਲੇ, ਜੇ ਪਿਛਲੇ 1.5 ਸਾਲ ਦੀ ਗੱਲ ਨਾ ਕਰਾਂ, ਉਸ ਤੋਂ ਪਹਿਲਾਂ ਦੀ ਕਿੰਨੀਆਂ ਵੱਡੀਆਂ ਕੋਠੀਆਂ ਕਾਰਾਂ ਸਾਨੂੰ ਇਸ ਬਿਜ਼ਨਸ ਨੇ ਦਿੱਤੀਆਂ। ਹਰ ਸਮੇਂ ਬਿਜ਼ਨਸ ਕਰਨਾ, ਸਿਰਫ ਤੇ ਸਿਰਫ ਇਸ ਚੀਜ਼ ਨੂੰ ਇੱਕ ਸਹੀ ਗਾਈਡਲਾਈਨਸ ਦੇਣੀਆਂ ਵੀ ਬਹੁਤ ਜ਼ਰੂਰੀ ਨੇ। ਬੱਚਿਆਂ ਦੇ ਨਾਲ ਖੜਨਾ, ਉਹਨਾਂ ਨੂੰ ਚੰਗੀ ਸਲਾਹ ਦੇਣੀ ਵੀ ਬਹੁਤ ਜ਼ਰੂਰੀ ਆ। ਇਸ ਲਈ ਦੋਸਤੋ, ਪੈਨਿਕ ਦਾ ਮਾਹੌਲ ਨਾ ਕ੍ਰੀਏਟ ਕਰੋ। ਕਿਹੜੀਆਂ ਚੀਜ਼ਾਂ ਬਦਲਾਂਗੇ? ਹੁਣ ਕੱਲ ਦੀ ਨਿਊਜ਼ ਆ, ਡਗ ਫੋਰਡ ਜਿਹੜਾ ਪ੍ਰੀਮੀਅਰ ਆ ਓਨਟਾਰੀਓ ਦਾ, ਮੁੱਖ ਮੰਤਰੀ ਆ, ਉਹਨੇ ਟਰੂਡੋ ਨੂੰ ਇਹ ਬੇਨਤੀ ਕੀਤੀ ਹੈ ਕਿ ਫॉर द ਟਾਈਮ ਬੀਇੰਗ ਇੰਟਰਨੈਸ਼ਨਲ ਸਟੂਡੈਂਟ ਦੀ ਓਨਟਾਰੀਓ ਦੇ ਵਿੱਚ ਐਂਟਰੀ ਨੂੰ ਬੈਨ ਕਰ ਦਿਓ, ਸਸਪੈਂਡ ਕਰ ਦਿਓ ਐਂਟਰੀ ਥੋੜ੍ਹੇ ਟਾਈਮ ਲਈ। ਹੁਣ ਓਨਟਾਰੀਓ ਵਾਲੇ ਬੱਚਿਆਂ ਦੇ ਬਦਲ ਦਿਓ ਕਾਲਜ। ਜੇ ਕੱਲ੍ਹ ਨੂੰ ਇਹ ਚੀਜ਼ ਇੰਪਲੀਮੈਂਟ ਹੋ ਗਈ, ਟਰੂਡੋ ਕਹਿ ਰਿਹਾ ਵੀ ਪੀਪਲ ਆਰ ਥਿੰਕਿੰਗ ਔਨ ਦੈਟ, ਕੱਲ੍ਹ ਨੂੰ ਫਿਰ ਤੁਹਾਨੂੰ ਕਹਿਣਗੇ ਹੁਣ ਓਨਟਾਰੀਓ ਦੇ ਕਾਲਜ ਬਦਲ ਦਿਓ। ਦੋਸਤੋ ਸਮਝੋ, ਅਸੀਂ ਇੱਥੇ ਕੁਰਸੀਆਂ ਤੇ ਬੈਠ ਕੇ ਜੋ ਬਿਆਨਬਾਜ਼ੀ ਕਰ ਰਹੇ ਹਾਂ, ਜੋ ਅਸੀਂ ਗੱਲਾਂ ਕਰ ਰਹੇ ਹਾਂ, ਚਾਹੇ ਮੈਂ ਕਰ ਰਿਹਾ, ਚਾਹੇ ਕੋਈ ਹੋਰ ਕਰ ਰਿਹਾ, ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਲੈ ਕੇ ਪੈਨਿਕ ਹੋ ਕੇ ਇੱਧਰ ਉੱਧਰ ਨਾ ਭੱਜਿਆ ਕਰੋ। ਸਭ ਤੋਂ ਸੌਖਾ ਕੰਮ ਆ ਕਿਸੇ ਪੈਨਿਕ ਬੰਦੇ ਨੂੰ ਆਪਦੇ ਜਾਲ ਦੇ ਵਿੱਚ ਫਸਾਉਣਾ। ਬਟ ਤੁਹਾਡਾ ਲੌਜੀਕਲੀ ਸੋਚਣਾ, ਤੁਹਾਡਾ ਸਮਝਦਾਰ ਹੋਣਾ,
ਤੁਹਾਡਾ ਆਪਦਾ ਪਰਸਨਲ ਵਰਕਆਊਟ ਕਰਨਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਹੁਣ VSEs ਬੰਦ ਹੋਏ ਨੇ, ਉਹਨਾਂ ਨੇ ਕਹਿਤਾ ਵੀ ਜਿੰਨਾ ਚਿਰ ਜਿਨ੍ਹਾਂ ਦੀਆਂ PPRs ਵੀ ਆਈਆਂ ਹੋਈਆਂ ਨੇ, ਜਿਨ੍ਹਾਂ ਦੀਆਂ ਰਿਕੁਐਸਟ ਆਈਆਂ ਹੋਈਆਂ ਨੇ, ਉਹ ਕਹਿੰਦੇ ਵੀ ਅਸੀਂ ਜਿੰਨਾ ਚਿਰ ਵੀਜ਼ਾ ਐਪਲੀਕੇਸ਼ਨ ਸੈਂਟਰ ਦਿੱਲੀ ਹਾਈ ਕਮਿਸ਼ਨ ਦਾ ਨਹੀਂ ਖੁੱਲ੍ਹਦਾ ਉਹਨਾਂ ਟਾਈਮ ਅਸੀਂ ਪਾਸਪੋਰਟ ਨਹੀਂ ਚੱਕਾਂਗੇ। ਵੀਜ਼ਾ ਤੁਹਾਡਾ ਆ ਗਿਆ, PPR ਤੁਹਾਡੇ ਦਿੱਤੀ, ਕੇਸ ਡਨ ਹੋ ਗਿਆ, ਤੁਸੀਂ ਹੁਣ ਭਾਈ ਬੈਠੋ। ਦਿੱਲੀ ਰੈਗੂਲਰ ਲੋਕਡਾਊਨ ਵਧਾ ਰਿਹਾ, ਹਰ ਹਫਤੇ ਵੱਧ ਰਿਹਾ। ਹੁਣ ਅਸੀਂ ਫਿਰ ਕੀ ਕਰੀਏ? ਕਿਹੜਾ ਰਾਹ ਅਪਣਾਈਏ? ਕੰਟਰੀ ਬਦਲ ਦਈਏ? ਹੁਣ ਕੰਟਰੀ ਬਦਲ ਦਿਓ, ਕਹਿ ਦਿਓ ਉਹਨਾਂ ਨੂੰ, ਆਪਦੇ ਏਜੰਟਸ ਨੂੰ ਵੀ ਹੁਣ ਤੁਸੀਂ ਇਹਨਾਂ ਸਾਰਿਆਂ ਦੀਆਂ ਕੰਟਰੀਜ਼ ਬਦਲਣੀਆਂ ਸ਼ੁਰੂ ਕਰ ਦਿਓ, ਕਿਸੇ ਹੋਰ ਪਾਸੇ ਨੂੰ ਚੜ੍ਹਾ ਦਿਓ। ਇਹ ਹੱਲ ਨਹੀਂ ਹੁੰਦਾ। ਜੇ ਸਾਡਾ ਲੋਕਡਾਊਨ ਕਰਕੇ ਸਾਨੂੰ ਗਵਰਨਮੈਂਟ ਨੇ ਕਿਹਾ ਵੀ ਭਾਈ ਆ ਸਾਡੀਆਂ ਸਖਤ ਹਦਾਇਤਾਂ ਨੇ, ਇਹਨਾਂ ਕਰਕੇ ਤੁਸੀਂ ਆ ਲੋਕਡਾਊਨ ਨਾ, ਤੁਹਾਡੀ ਦੁਕਾਨ ਬੰਦ ਆ, ਤੁਹਾਡਾ ਬਿਜ਼ਨਸ ਬੰਦ ਆ ਫॉर द ਟਾਈਮ ਬੀਇੰਗ, ਬਿਜ਼ਨਸ ਬਦਲ ਦਈਏ। ਆਏ ਨਹੀਂ ਹੁੰਦਾ ਦੋਸਤੋ, ਬੜੇ ਹੀ ਸਮਝਦਾਰੀ ਤੋਂ ਕੰਮ ਲੈਣਾ। ਇਹ ਸਰਵਜਨਕ ਪ੍ਰੋਬਲਮ ਆ। ਇਸ ਪ੍ਰੋਬਲਮ ਦਾ ਹੱਲ ਨਾ ਮੇਰੇ ਕੋਲੇ ਆ, ਨਾ ਕਿਸੇ ਹੋਰ ਏਜੰਟ ਕੋਲੇ ਆ। ਉੱਗਦੀਆਂ ਪਤਾਲ ਮਾਰੀ ਜਾਂਦੇ ਸਾਰੇ ਬੈਠੇ। ਜਿਹਨੂੰ ਜਿਹੜੀ ਚੀਜ਼ ਲੋਟ ਲੱਗਦੀ ਆ, ਜਦੋਂ ਬਿਜ਼ਨਸ ਸਲੋ ਹੁੰਦਾ ਨਾ, ਹਰ ਬੰਦਾ ਹੀ ਪੈਨਿਕ ਹੁੰਦਾ, ਤੇ ਪੈਨਿਕ ਹੋਈ ਬੋਲਦੇ ਆ, ਨਵਾਂ ਰਾਹ ਲੱਭਦੇ ਆ ਵੀ ਕਿਸ ਤਰੀਕੇ ਨਾਲ ਹੁਣ ਜਿਹੜੇ ਬੰਦੇ ਡਰੇ ਹੋਏ ਨੇ ਉਹਨਾਂ ਨੂੰ ਹੋਰ ਡਰਾ ਕੇ ਕਿਵੇਂ ਉਹਨਾਂ ਦੇ ਥਰੂ ਥੋੜ੍ਹਾ ਬਹੁਤਾ ਜਿੰਨਾ ਵੀ ਹੋਊਗਾ ਪੈਸਾ ਕਮਾਇਆ ਜਾ ਸਕੇ। ਪਰ ਮੇਰੀ ਤੁਹਾਨੂੰ ਅੱਜ ਵੀ ਬੇਨਤੀ ਹੈ ਦੋਸਤੋ, ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ। ਮੈਂ ਵੀ ਨਵਾਂ ਏਜੰਡਾ ਲੱਭ ਕੇ ਨਵੇਂ ਕਾਲਜ ਚੇਂਜ ਕਰਾਉਣ ਦੇ ਲਈ, ਜਿਹੜੇ ਮੈਨੂੰ ਕਿਊਬਿਕ ਦੇ ਲਈ ਮੈਸੇਜ ਆਉਂਦੇ ਨੇ ਅਲੱਗ-ਅਲੱਗ ਏਜੰਟਸ ਦੇ, ਕਲਾਇੰਟਸ ਦੇ, ਮੈਂ ਵੀ ਉਹਨਾਂ ਨੂੰ ਕਹਿ ਸਕਦਾ। ਮੈਂ ਉਹਨਾਂ ਨੂੰ ਵੀ ਹਮੇਸ਼ਾ ਇਹੀ ਕਹਿਣਾ ਵੀ ਦੋਸਤੋ ਵੇਟ ਕਰ ਲਓ। ਤੁਸੀਂ ਬਹੁਤ ਵੇਟ ਕੀਤੀ ਆ, ਮੈਨੂੰ ਪਤਾ, ਸਾਰੇ ਹੀ ਕਰ ਰਹੇ ਨੇ ਯਾਰ, ਮੈਂ ਵੀ ਬਹੁਤ ਵੇਟ ਕਰ ਰਿਹਾ, ਤੁਹਾਨੂੰ ਇਹ ਨਾ ਸਮਝਿਆ ਕਰੋ ਵੀ ਸਿਰਫ ਤੁਸੀਂ ਵੇਟ ਕਰ ਰਹੇ ਆ, ਮੈਂ ਵੀ ਵੇਟ ਕਰ ਰਿਹਾ। ਮੇਰੀ ਰੋਜੀ ਰੋਟੀ ਖੜੀ ਹੈ ਇਸ ਚੀਜ਼ ਦੇ ਉੱਤੇ। ਮੇਰਾ ਸਟੂਡੈਂਟ ਨਿਕਲ ਕੇ ਆਊਗਾ, ਤੁਸੀਂ ਪੜ੍ਹਨ ਜਾਓਗੇ, ਮੈਨੂੰ ਕਮਿਸ਼ਨ ਆਊਗਾ, ਮੇਰੇ ਪੈਸੇ ਆਉਣਗੇ। ਮੈਂ ਵੀ ਵੇਟ ਕਰ ਰਿਹਾ। ਜਿੰਨੀ ਬੇਸਬਰੀ ਨਾਲ ਉਡੀਕ ਤੁਹਾਨੂੰ ਆ ਨਾ, ਉਨੀ ਮੈਨੂੰ ਵੀ ਆ, ਉਨੀ ਹਰ ਏਜੰਟ ਨੂੰ ਆ। ਪਰ ਦੂਸਰਾ ਹੱਲ ਕੀ ਆ? ਜਿਹੜਾ ਹੱਲ ਤੁਸੀਂ ਕਹਿ ਰਹੇ ਹੋ, ਮੈਨੂੰ, ਮੇਰੀ ਇਹ ਪਰਸਨਲ ਰਾਏ ਆ, ਮੈਨੂੰ ਇਹ ਉਹ ਹੱਲ ਸਹੀ ਨਹੀਂ ਲੱਗਿਆ। ਬਾਕੀ ਮਰਜ਼ੀ ਤੁਹਾਡੀ ਆ ਦੋਸਤੋ, ਪੈਸਾ ਤੁਹਾਡਾ ਆ, ਤੁਸੀਂ ਆਪਦੀ ਜ਼ਿੰਦਗੀ ਦਾ ਫੈਸਲਾ ਲੈਣਾ। ਜਿਹੜੇ ਮੇਰੇ ਕੈਂਡੀਡੇਟ ਵੀ ਹੋਣਗੇ ਜੋ ਮੈਨੂੰ ਧੱਕੇ ਨਾਲ ਕਹਿਣਗੇ ਸਾਡਾ ਕਾਲਜ ਬਦਲ, ਮੈਂ ਵੀ ਬਦਲ ਦੂੰਗਾ। ਪਰ ਮੇਰੀ ਰეკਮੈਂਡੇਸ਼ਨ ਕੀ ਆ ਐਜ਼ ਐਨ ਯੂਰ ਕਰੀਅਰ ਕਾਉਂਸਲਰ? ਮੈਂ ਇਹੀ ਕਹੂੰਗਾ ਵੀ ਤੁਸੀਂ ਵੇਟ ਕਰੋ। ਜਿੱਥੇ ਤੁਸੀਂ 1.5 ਸਾਲ ਵੇਟ ਕੀਤੀ, ਉਹਦੇ 2 ਮਹੀਨੇ ਹੋਰ ਵੇਟ ਕਰ ਲਓ। ਜਿਨ੍ਹਾਂ ਦੇ ਵੀਜ਼ੇ ਲੱਗੇ ਨੇ ਉਹ ਵੀ ਵੇਟ ਕਰ ਰਹੇ ਨੇ। ਜਿਹੜਾ 200 ਸਟੂਡੈਂਟ ਏਅਰਪੋਰਟ ਤੋਂ ਮੋੜਿਆ, ਵੀਜ਼ਾ ਲੱਗਿਆ ਹੋਇਆ, ਉਹ ਵੀ ਵੇਟ ਕਰ ਰਹੇ ਨੇ। ਠੀਕ ਆ, ਉਹਨਾਂ ਦੀ ਚਿੰਤਾ ਘਟ ਗਈ, ਉਹ ਵੀ ਉਨੇ ਹੀ ਚਿੰਤਤ ਨੇ। ਵੀਜ਼ਾ ਦੀ ਖੁਸ਼ੀ 1 ਮਿੰਟ ਰਹਿੰਦੀ ਆ, ਫਿਰ ਇੱਕ ਨਵੀਂ ਚਿੰਤਾ ਆ ਜਾਂਦੀ ਆ, ਰਜਿਸਟ੍ਰੇਸ਼ਨ ਨਹੀਂ ਹੋ ਰਹੀ ਜੀ, ਟਿਕਟ ਨਹੀਂ ਮਿਲ ਰਹੀ ਜੀ, ਏਅਰਪੋਰਟ ਤੋਂ ਮੋੜਿਆ ਜਾ ਰਿਹਾ ਜੀ। ਮੇਰੀ ਗੱਲ ਨੂੰ ਸਮਝ ਰਹੇ ਹੋ? ਚਿੰਤਾ ਤਾਂ ਹਰ ਮੋੜ ਤੇ ਖੜੀ ਹੈ ਨਾ, ਹਰ ਪੈਰ ਤੇ ਖੜੀ ਆ। ਫਿਰ ਕੀ ਹੋਇਆ? ਫਿਰ ਕੀ ਕਰੀਏ? ਫਿਰ ਇਹਦਾ ਤਾਂ ਹੱਲ ਇਹੀ ਆ ਵੀ ਹਰ ਚੀਜ਼ ਦਾ ਇੱਕ ਅਲਟਰਨੇਟ ਲੱਭੀ ਚੱਲੇਗੀ। ਰਜਿਸਟ੍ਰੇਸ਼ਨ ਨਹੀਂ ਹੋ ਰਹੀ, ਫਿਰ ਵੀ ਕਾਲਜ ਬਦਲ ਦਿਓ। ਟਿਕਟ ਨਹੀਂ ਮਿਲ ਰਹੀ, ਸਮੁੰਦਰ ਰਾਹੀਂ ਚਲੇ ਜਾਓ। ਕੀ ਕਹਿੰਦੇ ਹੁੰਦੇ ਆ, VAC ਬੰਦ ਹੋ ਗਿਆ, ਕੰਟਰੀ ਕੋਈ ਬਦਲ ਦਿਓ। ਇਹ ਹੱਲ ਨਹੀਂ ਹੁੰਦਾ ਦੋਸਤੋ। ਬੜਾ ਹੀ ਸਮਝਦਾਰੀ ਤੋਂ ਕੰਮ ਲਿਓ। ਮੈਂ ਇਹ ਕਿਊਬਿਕ ਲਈ ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟਸ ਦੀ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਸਮਾਂ ਦੇਣਾ ਪੈਣਾ ਸਾਨੂੰ। ਕਈ ਬੱਚੇ ਕਹਿੰਦੇ ਜੀ ਸਾਡੇ ਸਪਾਊਸ ਦੀ ਐਜੂਕੇਸ਼ਨ ਬਹੁਤ ਘੱਟ ਰਹਿ ਗਈ, ਅਸੀਂ ਕੀ ਕਰੀਏ? ਕੁਝ ਨਹੀਂ ਕਰ ਸਕਦੇ ਆਪਾਂ। ਹਾਈ ਕਮਿਸ਼ਨ ਦੇਖੂਗਾ, ਉਹ ਸਾਨੂੰ ਅਗਲੀਆਂ ਇੰਸਟਰਕਸ਼ਨਸ ਦਊਗਾ, ਤੁਸੀਂ ਕੀ ਕਰਨਾ। ਆਪਾਂ ਕੀ ਕਰ ਸਕਦੇ ਹਾਂ ਦੱਸੋ? ਆਪਾਂ ਸਿਰਫ ਤੇ ਸਿਰਫ ਫਾਈਲ ਦੀ ਲੌਜਮੈਂਟ ਤੋਂ ਬਾਅਦ ਹਾਈ ਕਮਿਸ਼ਨ ਦੇ ਰਿਜ਼ਲਟ ਦੀ ਵੇਟ ਕਰ ਸਕਦੇ ਹਾਂ। ਐਂਡ ਜੋ ਕਰਨੀ ਚਾਹੀਦੀ ਆ, ਅਗਲੀ ਵਾਰੀ ਉਹਨਾਂ ਦੀ ਆ, ਉਹ ਦੱਸਣਗੇ ਸਾਨੂੰ ਤੁਸੀਂ ਕੀ ਕਰਨਾ। ਬੜੇ ਸੋਹਣੇ ਰਿਜ਼ਲਟਸ 2-3 ਭੇਜੇ ਨੇ। ਜਿਨ੍ਹਾਂ ਬੱਚਿਆਂ ਦੀ ਇਹ ਸਪਾਊਸ ਦੀ ਐਜੂਕੇਸ਼ਨ ਖਤਮ ਹੋ ਗਈ ਸੀ, ਉਹਨਾਂ ਨੂੰ ਰਿਫਿਊਜ਼ ਨਹੀਂ ਕੀਤਾ ਵੀਜ਼ਾ ਆਫਿਸਰ ਨੇ। ਵੀਜ਼ਾ ਆਫਿਸਰ ਨੇ ਪਾਸਪੋਰਟ ਵਾਪਸ ਭੇਜਿਆ, ਨਾਲ ਇੱਕ ਲੈਟਰ ਭੇਜੀ ਜਿਹਦੇ ਵਿੱਚ ਉਹਨੇ ਕਿਹਾ ਵੀ ਐਡੀਸ਼ਨਲ ਜਿਹੜੇ ਮੈਨੂੰ ਡਾਕੂਮੈਂਟਸ ਚਾਹੀਦੇ ਹੋਣਗੇ, ਚਾਹੇ ਉਹ ਜਦੋਂ ਵਰਕ ਪਰਮਿਟ ਤੇ ਤੁਹਾਡਾ ਸਪਾਊਸ ਚਲਿਆ ਜਾਂਦਾ, ਸਬ ਕਲਾਸ 0AB ਦੀ ਜੌਬ ਲੈ ਲੈਂਦਾ, ਤੁਸੀਂ ਮੈਨੂੰ ਉਹਦੇ ਅਗਲੇ ਡਾਕੂਮੈਂਟ ਭੇਜੋ, ਮੈਂ ਤੁਹਾਡੇ ਕੇਸ ਨੂੰ ਹਜੇ ਇਨ ਪ੍ਰੋਸੈਸ ਰੱਖਦਾ। ਕਿੰਨਾ ਵਧੀਆ ਡਿਸੀਜ਼ਨ ਆ ਇਹ। ਹਾਲਾਤ ਸਾਰੀ ਜਗ੍ਹਾ ਤੇ ਡਿਸਟਰਬ ਨੇ, ਵੀਜ਼ਾ ਆਫਿਸਰਸ ਵੀ ਡਿਸਟਰਬ ਨੇ, ਹਾਈ ਕਮਿਸ਼ਨ ਦਾ ਸਿਸਟਮ ਵੀ ਡਿਸਟਰਬ ਆ। ਬਟ ਇਸ ਡਿਸਟਰਬੈਂਸ ਨੂੰ ਪੇਸ਼ੈਂਸ ਰੱਖ ਕੇ ਹੀ ਨਜਿੱਠਿਆ ਜਾਣਾ, ਨਹੀਂ ਤਾਂ ਫਿਰ ਕੰਧ 'ਚ ਜਿਹੜਾ ਸਿਰ ਆ ਉਹ ਤਾਂ ਆਪਾਂ ਮਾਰ ਕੇ ਵੀ ਜਾਂਦੇ ਹਾਂ। ਕੰਧ 'ਚ ਸਿਰ ਮਾਰ ਨਹੀਂ ਹੁੰਦਾ ਵੀ ਜਿਹੜੀ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਉਹਦੇ 'ਤੇ ਬਾਰ-ਬਾਰ ਬੋਲੀ ਜਾਣਾ, ਬਾਰ-ਬਾਰ ਰਿਐਕਟ ਕਰੀ ਜਾਣਾ। ਉਹ ਚੀਜ਼ ਤੁਹਾਡੀ ਸਿਹਤ ਦਾ ਵੀ ਨੁਕਸਾਨ ਕਰੂਗੀ ਦੋਸਤੋ, ਤੁਹਾਡੇ ਪੈਸੇ ਦਾ ਵੀ ਨੁਕਸਾਨ ਕਰੂਗੀ,
ਤੁਹਾਡੇ ਰਿਲੇਸ਼ਨਸ਼ਿਪਸ ਦਾ ਵੀ ਨੁਕਸਾਨ ਕਰੂਗੀ। ਬਹੁਤ ਬੱਚਿਆਂ ਦੇ ਰਿਲੇਸ਼ਨਸ਼ਿਪਸ ਜਿਹੜੇ ਮੈਰਿਡ ਕੇਸ ਅਪਲਾਈ ਕਰ ਰਹੇ ਨੇ, ਜਿਹੜੇ ਇਹ ਸੋਚੀ ਬੈਠੇ ਸੀ ਵੀ ਮੇਰੀ ਘਰ ਵਾਲੀ ਦਾ ਵੀਜ਼ਾ ਲੱਗੂ ਮਗਰ ਮੈਂ ਜਾਊਂ। ਜਿਹੜੇ ਰਿਸ਼ਤੇ ਬਣਾਏ ਨੇ ਉਹ ਬਹੁਤ ਜ਼ਰੂਰੀ ਨੇ, ਉਹਨਾਂ ਨੂੰ ਸਾਂਭ ਲਓ, ਬਾਕੀ ਸਾਰਾ ਕੁਝ ਹੀ ਹੋ ਜਾਊਗਾ। ਕੈਨੇਡਾ ਨੂੰ ਇਹ ਨਾ ਸਮਝੋ ਵੀ ਕੈਨੇਡਾ ਕਿਤੇ ਕੋਈ ਸਵਰਗ ਆ, ਵੀ ਉੱਥੇ ਤੁਸੀਂ ਪਹੁੰਚੋਗੇ ਤੇ ਉੱਥੇ ਡਾਲਰ ਕੰਮ ਸਾਰਾ ਕੁਝ ਤੁਹਾਨੂੰ ਸੜਕਾਂ ਤੋਂ ਇਕੱਠਾ ਕਰ ਲਾਂਗੇ ਆਪਾਂ ਤੇ ਝੋਲੀਆਂ ਭਰ ਲਾਂਗੇ। ਉਤਰਨ ਸਾਰ ਹੀ ਨਵੀਆਂ ਟੈਨਸ਼ਨਾਂ ਖੜੀਆਂ ਨੇ। ਕਿਹੜੀਆਂ ਟੈਨਸ਼ਨਾਂ ਤੋਂ ਭੱਜਾਂਗੇ? ਭੱਜ ਨਹੀਂ ਹੋਣਾ, ਜਿਉਣੀਆਂ ਪੈਣੀਆਂ ਨੇ, ਪਰ ਠਰਮਾ ਰੱਖ ਕੇ, ਪੇਸ਼ੈਂਸ ਰੱਖ ਕੇ, ਸਮਾਂ ਦੇ ਕੇ। ਇਹਨਾਂ ਕਹਿੰਦਾ ਖਿਮਾ ਦਾ ਜਾਚਕਾਂ ਦੋਸਤੋ, ਧੰਨਵਾਦ।